ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਕੱਲ੍ਹ YouTube ਦੇ ਉੱਤੇ ਇੱਕ ਬਹੁਤ ਹੀ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਪਰੌਂਠੀ ਦਾ ਮਸਲਾ। ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਧਰਮਸਾਲ ਜਿਹੜੀ ਸੀ ਇਹ ਇਸੇ ਵਾਸਤੇ ਬਣਾਈ ਸੀ ਕਿ ਆਏ ਗਏ ਸਾਧ ਸੰਗਤ ਦੀ ਸੇਵਾ ਹੋ ਸਕੇ। ਕੋਈ ਲੋੜਵੰਦ, ਕੋਈ ਨਿਮਾਣਾ, ਕੋਈ ਭੁੱਖਾ ਗਰੀਬ ਜੋ ਵੀ ਆਵੇ, ਉਸ ਨੂੰ ਇਹ ਇੱਥੇ ਰਹਿਣ ਦਾ ਸਹਾਰਾ, ਇੱਥੇ ਹੋਰ ਲੋੜਾਂ ਦੀ ਸਹੂਲਤਾਂ ਦੀ ਮਦਦ, ਲੰਗਰ ਪਾਣੀ ਦੀ ਸੇਵਾ ਇਹ ਹੋ ਸਕੇ। ਸਾਧ ਸੰਗਤ ਜੀ, ਇੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 544 ਅੰਗ 'ਤੇ ਸਾਨੂੰ ਇੱਕ ਬਖਸ਼ਿਸ਼ ਆਉਂਦੀ ਹੈ ਗੁਰੂ ਸਾਹਿਬ ਦੀ, ਜੋ ਸ਼ਰਨ ਆਵੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਸ ਦਾ ਮਤਲਬ ਸਾਧ ਸੰਗਤ ਜੀ, ਸ਼ਾਇਦ ਮੈਨੂੰ ਐਂ ਲੱਗਦਾ ਕਿ ਸੰਸਾਰ ਦੇ ਵਿੱਚ ਕਿਸੇ ਵੀ ਮਨੁੱਖ ਨੇ, ਕਿਸੇ ਵੀ ਧਰਮ ਦੇ ਬੰਦੇ ਨੇ, ਜੇ ਮੈਂ ਕਹਿ ਦਿਆਂ ਤਾਂ ਸਾਡੇ ਸਿੱਖ ਧਰਮ ਦੇ ਵੀ ਜੋ ਕਰਮ ਕਰਤਾ ਹੈ, ਸਿੱਖ ਧਰਮ ਦੇ ਵੀ ਜੋ ਅਸੀਂ ਕਹਿ ਲਈਏ ਕਿ ਪ੍ਰਬੰਧਕ ਹੈ ਜਾਂ ਗੁਰਦੁਆਰਿਆਂ ਦੇ ਕਾਰਿਆ ਕਰਤਾ ਹੈ, ਸੇਵਾਦਾਰ ਹੈ, ਸਾਧ ਸੰਗਤ ਜੋ ਗੁਰਦੁਆਰੇ ਦੇ ਵਿੱਚ ਵੀ ਹਾਜ਼ਰ ਹੈ, ਉਸ ਨੂੰ ਇਹ ਬਹੁਤ ਘੱਟ ਗਿਆਨ ਹੈ ਕਿ ਇਹ ਗੁਰੂ ਘਰ ਜਿਹੜੇ ਵੀ ਹੈ ਨਾ, ਇਹ ਸ਼ਰਨ ਆਏ ਦੀ ਕੰਠ ਲਾਉਣ ਦੀ ਇੱਕ ਜੁਗਤੀ ਹੈ ਔਰ ਇਹ ਪਰਮਾਤਮਾ ਦਾ ਬਿਰਧ ਹੈ। ਇਹ ਸਿੱਖ ਧਰਮ ਦਾ ਜੋ ਧਰਮ ਚੱਲ ਰਿਹਾ ਹੈ, ਇਹ ਪਰਮਾਤਮਾ ਦਾ ਧਰਮ ਹੈ ਔਰ ਪਰਮਾਤਮਾ ਦੇ ਨਿਯਮਾਂ ਦੇ ਉੱਤੇ ਇਹ ਆਧਾਰਿਤ ਹੈ ਔਰ ਇਹ ਪਰਮਾਤਮਾ ਦੇ ਨਿਯਮਾਂ ਨੂੰ ਹੀ ਕਿਰਿਆਵੰਤ ਕਰਦਾ ਹੈ। ਉਹ ਸਾਧ ਸੰਗਤ ਜੀ, ਜੇ ਕੋਈ ਮੰਨ ਲਓ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਗੁਰਮੁਖ ਪਿਆਰਾ ਜਾਂ ਗੁਰਮੁਖ ਬੱਚੀ ਜਾਂ ਗੁਰਮੁਖ ਨਹੀਂ ਵੀ ਆ, ਉਹ ਸਹਿਜਧਾਰੀ ਹੈ ਜਾਂ ਸਹਿਜਧਾਰੀ ਵੀ ਨਹੀਂ ਹੈ, ਉਹ ਦੂਸਰੇ ਕਿਸੇ ਪੰਥ ਦਾ ਹੈ, ਕਿਸੇ ਧਰਮ ਦਾ ਹੈ, ਪਰ ਜਦੋਂ ਉਹ ਓਟ ਆਸਰਾ ਲੈ ਕੇ ਪਰਮਪਿਤਾ ਪਰਮਾਤਮਾ ਦਾ, ਕਿਉਂਕਿ ਪਰਮਪਿਤਾ ਪਰਮਾਤਮਾ ਦਾ ਘਰ ਗੁਰੂ ਘਰ ਹੈ, ਅਤੇ ਇਸ ਘਰ ਤੋਂ ਜਦੋਂ ਕੋਈ ਉਹ ਆਸ ਲੈ ਕੇ ਲੋੜਵੰਦ ਬੰਦਾ ਆਉਂਦਾ ਹੈ, ਹੋ ਸਕਦਾ ਉਸ ਤੋਂ ਪ੍ਰਸ਼ਾਦੇ ਨਹੀਂ ਬਣਦੇ, ਚਲੋ ਪ੍ਰਸ਼ਾਦੇ ਨਹੀਂ ਬਣੇ ਜਾਂ ਉਸਨੇ ਕੌਲ ਕੀਤੀ ਜਾਂ ਉਸ ਦੀ ਗਲਤੀ ਸੀ ਜਾਂ ਉਸਨੇ ਇਹ ਸੋਚਿਆ ਕਿ ਚਲੋ ਗੁਰੂ ਘਰ ਸੇਵਾ ਹੋ ਜਾਂਦੀ ਹੈ, ਚਲੋ ਆਪਾਂ ਗੁਰੂ ਘਰ ਜਾ ਕੇ ਅੱਜ ਇੱਕ ਟਾਈਮ ਵਾਸਤੇ ਗੁਰੂ ਘਰ ਦੇ ਪ੍ਰਸ਼ਾਦੇ ਮੰਗ ਕੇ ਛਕ ਲਵਾਂਗੇ। ਹੁਣ ਜੋ ਸ਼ਰਨ ਆਇਆ ਉਹਦਾ ਬਿਰਧ ਹੈ ਪਰਮਾਤਮਾ ਦਾ ਕਿ ਉਸ ਨੂੰ ਉਹ ਆਪਣੇ ਕੰਠ ਲਾਉਂਦਾ ਹੈ, ਆਪਣੇ ਗਲ ਨਾਲ ਲਾ ਲੈਂਦਾ ਹੈ। ਇਹ ਬਿਰਧ ਹੈ ਪਰਮਪਿਤਾ ਪਰਮਾਤਮਾ ਦਾ। ਪਰ ਇੱਥੇ ਜਦ ਕੋਈ ਵੀ ਗੁਰਮੁਖ ਰੂਹ ਜਾਂ ਦੂਸਰੇ ਸਿੱਖ ਮੰਨਦੇ ਹਾਂ ਅਸੀਂ, ਹੋ ਸਕਦਾ ਵੀ ਚਲੋ ਬੱਚੀ ਦੀ ਜਿਹੜੀ ਗੱਲ ਵਾਇਰਲ ਹੋ ਰਹੀ ਹੈ, ਬੱਚੀ ਨੂੰ ਵੀ ਗਲਤੀ ਹੈ, ਬੱਚੀ ਤੋਂ ਅਣਜਾਣੇ ਦੇ ਵਿੱਚ ਗਲਤੀ ਹੋ ਗਈ, ਭੁੱਲ ਹੋ ਗਈ, ਉਸ ਨੂੰ ਗਿਆਨ ਨਹੀਂ ਸੀ ਸਿਧਾਂਤ ਦਾ, ਧਰਮ ਦਾ ਸਿਧਾਂਤ ਨਹੀਂ ਸੀ, ਪਤਾ ਨਹੀਂ ਸੀ। ਪਰ ਇਹ ਕਿੱਥੋਂ ਦਾ ਅਸੂਲ ਹੈ ਕਿ ਜੇ ਇਸ ਧਿਰ ਨੂੰ ਨਹੀਂ ਪਤਾ ਤੇ ਦੂਜੀ ਧਿਰ ਨੂੰ ਵੀ ਨਾ ਪਤਾ ਹੋਵੇ। ਦੂਜੀ ਧਿਰ ਨੂੰ ਤਾਂ ਇਹ ਪਤਾ ਨਾ ਕਿ ਇਹ ਗੁਰੂ ਘਰ ਜਿਹੜਾ ਹੈ ਉਹ ਸ਼ਰਨ ਆਇਆਂ ਦੀ ਸੇਵਾ ਕਰਨ ਵਾਸਤੇ ਹੀ ਹੈ। ਜੋ ਸ਼ਰਨਾਗਤ ਹੋ ਗਿਆ ਉਹ ਪਰਮਾਤਮਾ ਦਾ ਬਿਰਧ ਹੈ, ਉਹ ਧਰਮ ਹੈ ਸਿੱਖ ਧਰਮ ਦਾ, ਗੁਰੂ ਸਾਹਿਬਾਨਾਂ ਦਾ ਧਰਮ ਹੈ ਕਿ ਉਸ ਨੂੰ ਆਪਣੇ ਕੰਠ ਨਾਲ ਲਾਉਂਦੇ ਆ, ਭਾਵੇਂ ਉਹ ਦੋਸ਼ੀ ਕਿਉਂ ਨਾ ਹੋਵੇ, ਭਾਵੇਂ ਉਹ ਸੈਦ ਖਾਨ ਕਿਉਂ ਨਾ ਹੋਵੇ, ਭਾਵੇਂ ਉਹ ਪੀਰ ਬੁੱਧੂ ਸ਼ਾਹ ਕਿਉਂ ਨਾ ਹੋਵੇ, ਭਾਵੇਂ ਉਹ ਕੋਈ ਹੋਰ ਕਿਸੇ ਧਰਮ ਦਾ ਕੋਈ ਵੀ ਮਨੁੱਖ ਹੋਵੇ, ਪਰ ਪਰਮਾਤਮਾ ਦਾ ਧਰਮ ਇਹ ਗੁਰਦੁਆਰਿਆਂ ਦੇ ਵਿੱਚ ਲਾਗੂ ਹੁੰਦਾ ਹੈ, ਕਿਉਂਕਿ ਸਿੱਖ ਧਰਮ ਜਿਹੜਾ ਹੈ ਉਹ ਪਰਮਾਤਮਾ ਦੇ ਧਰਮ ਦੇ ਉੱਤੇ ਹੀ ਚੱਲ ਰਿਹਾ ਹੈ ਔਰ ਇਹੀ ਕਾਰਨ ਹੈ ਕਿ ਇਸ ਧਰਮ ਨੂੰ ਸਭ ਤੋਂ ਸ੍ਰੇਸ਼ਟ ਗਿਣਿਆ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚ ਵੈਰ ਵਿਤਕਰਾ ਨਹੀਂ ਹੈ, ਬੇਭਰੋਸਗੀ ਨਹੀਂ ਹੈ, ਦ੍ਰਿੜ ਨਿਸ਼ਚੈ ਹੈ, ਪਿਆਰ ਹੈ, ਸ਼ਰਧਾ ਹੈ, ਭਾਵਨਾ ਹੈ, ਅਤੇ ਇਸ ਦੇ ਵਿੱਚ ਜਿਹੜੀ ਹੈ ਸੇਵਾ ਹੈ।
ਇਹੀ ਸੇਵਾ ਜਿਹੜੀ ਹੈ, ਸਿਮਰਨ ਜਿਹੜਾ ਹੈ, ਇਹੀ ਇਸ ਧਰਮ ਨੂੰ ਮਹਾਨ ਬਣਾਉਂਦਾ ਹੈ, ਤਾਂ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸੁਆਮੀ ਉਸ ਪਰਮਪਿਤਾ ਪਰਮਾਤਮਾ ਨੂੰ ਕਿਹਾ, ਮਾਲਕ ਨੂੰ ਕਿਹਾ ਗਿਆ ਹੈ। ਸੰਧਾ ਉਸ ਪਰਮਪਿਤਾ ਪਰਮਾਤਮਾ ਦਾ ਇਹ ਬਿਰਧ ਹੈ ਕਿ ਉਸ ਨੂੰ ਉਹ ਆਪਣੇ ਕੰਠ ਨਾਲ ਲਾ ਲੈਂਦਾ। ਤਾਂ ਸਾਧ ਸੰਗਤ ਜੀ, ਹੋ ਸਕਦਾ ਹੈ ਚਲੋ ਬਹੁਤ ਲੋਕਾਂ ਨੇ ਆਪਣੇ ਵਿਊ ਵਧਾਉਣ ਵਾਸਤੇ, ਬੱਚੀ ਨੇ ਸ਼ਾਇਦ ਹੋ ਸਕਦਾ ਗਲਤੀ ਕੀਤੀ ਹੋਵੇ, ਹੋ ਸਕਦੀ ਹੈ ਉਸਨੇ ਮਹਿਸੂਸ ਕੀਤਾ ਕਿ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਵੀਡੀਓ ਨਹੀਂ ਪਾਉਣੀ ਚਾਹੀਦੀ ਸੀ, ਮੈਨੂੰ ਗੁਰਦੁਆਰੇ ਦੇ ਸੇਵਾਦਾਰਾਂ ਨਾਲ, ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀਦੀ ਸੀ, ਪਰ ਮੇਰੇ ਤੋਂ ਗਲਤੀ ਹੋ ਗਈ, ਮੈਂ ਮਾफ़ੀ ਮੰਗਦੀ ਹਾਂ। ਠੀਕ ਹੈ, ਬੱਚੇ ਨੂੰ ਨਹੀਂ ਪਤਾ ਸਿਧਾਂਤ ਦਾ, ਪਰ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਆ ਉਹਨਾਂ ਨੂੰ ਤਾਂ ਇਹ ਸਿਧਾਂਤ ਦਾ ਪਤਾ ਹੈ ਕਿ ਗੁਰਦੁਆਰੇ ਜਿਹੜੇ ਆ ਕਿਸ ਵਾਸਤੇ ਬਣੇ ਹੋਏ ਹੈ। ਭਾਵੇਂ ਲੱਖਾਂ ਕਰੋੜਾਂ ਰੁਪਈਆ ਕਿਸੇ ਦਾ ਕੀ ਹੈ ਇੱਥੇ, ਦੋ ਮੰਨ ਲਓ ਇੱਕ ਪਰੌਂਠਾ ਮੰਗਿਆ ਹੈ, ਪੇਟ ਭਰ ਕੇ ਖਾਏਗਾ, ਦੋ ਲੈ ਲੇਗਾ, ਪੇਟ ਭਰ ਕੇ ਹੀ ਖਾਏਗਾ, ਇਸ ਤੋਂ ਉੱਤੇ ਕੋਈ ਹੋਰ ਤਾਂ ਕੁਛ ਨਹੀਂ ਕਰੇਗਾ ਉਹ। ਅਤੇ ਗੁਰੂ ਸਾਹਿਬ ਨੇ ਇਹ ਲੰਗਰ ਜਿਹੜਾ ਚਲਾਇਆ ਸੀ ਨਾ, ਜਦੋਂ ਉਦੋਂ ਚੂੜਕਾਣੇ ਦੇ ਵਿੱਚ ਭੁੱਖੇ ਸਾਧੂਆਂ ਨੂੰ, ਉਹ ਇੱਕ ਨਹੀਂ ਸੀ, ਦੋ ਨਹੀਂ ਸੀ, ਪਤਾ ਨਹੀਂ ਸੈਂਕੜੇ ਹੀ ਸੀ, ਅਤੇ ਗੁਰੂ ਸਾਹਿਬ ਨੇ ਆਪ ਦਾ ਪੈਸਾ ਖਰਚ ਕਰਕੇ ਉਹਨਾਂ ਨੂੰ ਲੰਗਰ ਛਕਾਇਆ। ਕਿ ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਦੱਸਿਆ ਸੀ ਭਾਈ ਪੱਲਿਓਂ ਖਰਚ ਕਰਕੇ ਹੀ ਲੋੜਵੰਦ ਨੂੰ ਸੇਵਾ ਕਰੋ? ਅਤੇ ਇਹ ਕੀ ਪ੍ਰਬੰਧਕਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ? ਠੀਕ ਹੈ, ਅਸੀਂ ਕਹਿੰਦੇ ਹਾਂ ਪ੍ਰਬੰਧਕਾਂ ਦਾ ਹੱਕ ਬਣਦਾ ਵੀ ਉਹਨਾਂ ਨੂੰ ਇਹ ਚਾਹੀਦਾ ਸੀ, ਬੀਬੀ ਵੀ ਤੂੰ ਸਾਨੂੰ ਦੱਸਣਾ ਸੀ, ਅਸੀਂ ਤੈਨੂੰ ਕੋਈ ਨਹੀਂ, ਜਿਵੇਂ ਵੀ ਹੈ ਜੋ ਵੀ ਹੈ, ਜੋ ਵੀ ਸਿਧਾਂਤ ਬਣਦਾ ਅਸੀਂ ਤੁਹਾਨੂੰ ਕਰਦੇ। ਪਰ ਇੱਥੇ ਤਾਂ ਮੈਨੂੰ ਐਂ ਲੱਗ ਰਿਹਾ ਹੈ ਕਿ ਜੋ ਟੀਕਾ ਟਿੱਪਣੀਆਂ ਕਰ ਰਹੇ ਹੈ, ਜੋ ਬੱਚੀ ਨੇ ਕਹਿ ਦਿੱਤਾ, ਜੋ ਬੱਚੀ ਤੋਂ ਗਲਤੀ ਹੋ ਗਈ, ਜੋ ਪ੍ਰਬੰਧਕਾਂ ਨੇ ਕਹਿ ਦਿੱਤਾ, ਜੋ ਪ੍ਰਬੰਧਕਾਂ ਦੇ, ਕੋਈ ਪ੍ਰਬੰਧਕਾਂ ਨੂੰ ਮਾੜਾ ਕਹੀ ਜਾਂਦਾ, ਕੋਈ ਬੱਚੀ ਨੂੰ ਮਾੜਾ ਕਹੀ ਜਾਂਦਾ, ਕੋਈ ਆਪਣੇ ਵਿਊ ਵਧਾਉਣ ਵਾਸਤੇ ਹੋਰ ਹੀ ਗੱਲਾਂ ਕਰੀ ਜਾਂਦਾ। ਪਰ ਧਰਮ ਦੀ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਵੀ ਸੱਚ ਧਰਮ ਹੈ ਕੀ ਚੀਜ਼ ਹੈ, ਇਹ ਸਿੱਖ ਧਰਮ ਹੈ ਕੀ ਚੀਜ਼ ਹੈ, ਸਿੱਖ ਧਰਮ ਕੀ ਹੈ, ਸੱਚ ਧਰਮ ਹੈ। ਸੱਚ ਧਰਮ ਕੌਣ ਹੈ? ਪਰਮਾਤਮਾ ਦਾ ਧਰਮ ਹੈ। ਪਰਮਾਤਮਾ ਸੱਚ ਹੈ, ਸੁਆਮੀ ਹੈ, ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਔਰ ਸਾਰੀ ਸ੍ਰਿਸ਼ਟੀ ਨੂੰ ਪਾਲਣਹਾਰਾ ਦਿੰਦਾ, ਚਾਹੇ ਉਹ ਉਹਨਾਂ ਦੇ ਘਰੇ ਬੈਠਿਆਂ ਨੂੰ ਦੇਵੇ ਅਤੇ ਚਾਹੇ ਗੁਰੂ ਘਰ ਦੇ ਵਿੱਚੋਂ ਦੇ ਦੇਵੇ, ਗੱਲ ਇੱਕੋ ਹੀ ਆਉਂਦੀ ਹੈ ਭਾਈ ਸਾਹਿਬ। ਤੋ ਸਾਧ ਸੰਗਤ ਜੀ, ਬੜੀ ਮੈਨੂੰ ਅਫਸੋਸ ਹੋ ਰਿਹਾ ਹੈ ਕਿ ਸਾਰੇ ਸੰਸਾਰ ਦੇ ਵਿੱਚ ਇਹ ਕਿਸੇ ਨੂੰ ਵੀ ਗੁਰਸਿੱਖੀ ਦੇ ਸਿਧਾਂਤ ਦਾ ਅਸਲ ਪਤਾ ਨਹੀਂ ਹੈ, ਔਰ ਜੇ ਕੋਈ ਪਤਾ ਵੀ ਹੈ ਤਾਂ ਉਹ ਉਹਨੂੰ ਦਰਕਿਨਾਰ ਕਰ ਦਿੰਦਾ, ਔਰ ਉਹ ਆਪਣੇ ਸੰਸਾਰ ਦੀ ਖੇਲ ਖੇਲਦਾ, ਸੰਸਾਰ ਵਾਲੀਆਂ ਗੱਲਾਂ ਕਰਦਾ, ਔਰ ਗੁਰੂ ਦਾ ਜੋ ਸਿਧਾਂਤ ਹੈ ਉਸ ਨੂੰ ਉਹ ਆਪਣੇ ਮਨ ਦੇ ਵਿੱਚ ਨਹੀਂ ਲਿਆਉਂਦਾ, ਆਪਣੇ ਮਨ ਦੇ ਵਿੱਚ ਕਿਰਿਆਵੰਤ ਨਹੀਂ ਕਰਦਾ, ਆਪਣੇ ਕਰਮ ਦੇ ਵਿੱਚ ਉਹਨੂੰ ਕਿਰਿਆਵੰਤ ਨਹੀਂ ਕਰਦਾ। ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਸਾਡਾ ਸਮਾਜ ਜਿਹੜਾ, ਸਿੱਖ ਧਰਮ ਜਿਹੜਾ ਹੈ, ਬਹੁਤ ਉੱਚੇ ਸਿਧਾਂਤ ਵਾਲਾ ਧਰਮ ਹੈ, ਕਿਉਂਕਿ ਪਰਮਾਤਮਾ ਦਾ ਧਰਮ ਹੈ, ਔਰ ਪਰਮਾਤਮਾ ਸਭ ਤੋਂ ਵੱਡਾ ਹੈ, ਔਰ ਸਭ ਤੋਂ ਵੱਡਾ ਹੈ ਅਤੇ ਸਭ ਤੋਂ ਵੱਡੇ ਉਸ ਦੇ ਸਿਧਾਂਤ ਹੈ। ਸਭ ਤੋਂ ਵੱਡੇ ਸਿਧਾਂਤ ਉਸ ਦੇ ਕੀ ਹੈ ਕਿ ਸਾਰੀ ਸ੍ਰਿਸ਼ਟੀ ਉਸੇ ਦੀ ਬਣਾਈ ਹੋਈ ਹੈ, ਔਰ ਸਾਰੇ ਸ੍ਰਿਸ਼ਟੀ ਦੀ ਉਹੀ ਪਾਲਣਾ ਕਰਦਾ ਹੈ। ਸ਼ਾਇਦ ਸਾਨੂੰ ਭੁਲੇਖੇ ਲੱਗ ਜਾਂਦੇ ਆ ਕਿ ਅਸੀਂ ਕਿਸੇ ਨੂੰ ਕੋਈ ਲੰਗਰ ਗੁਰੂ ਘਰ 'ਚ ਅਸੀਂ ਦੇ ਰਹੇ ਹਾਂ। ਤੁਸੀਂ ਕੌਣ ਹੁੰਦੇ ਹੋ ਦੇਣ ਵਾਲੇ ਭਾਈ? ਇਹ ਤਾਂ ਪਰਮਾਤਮਾ ਭੇਜਦਾ ਹੈ। ਠੀਕ ਹੈ, ਜਿੰਨਾ ਚਿਰ ਤੁਹਾਡਾ ਲੰਗਰ ਚੱਲ ਰਿਹਾ ਹੈ, ਜੋ ਵੀ ਆਇਆ, ਜੋ ਲੋੜਵੰਦ ਹੈ, ਜੇ ਉਸ ਨੂੰ ਇੱਕ ਪਰੌਂਠੇ ਦੀ ਲੋੜ ਹੈ ਤੇ ਠੀਕ ਹੈ, 7 ਬਚਨ ਹੈ। ਜੇ ਉਸ ਨੂੰ ਕਿਤੇ ਜ਼ਿਆਦਾ ਲੋੜ ਵੀ ਹੈ ਅਤੇ ਇਹ ਨਹੀਂ ਕਿ ਅਸੀਂ ਉਸ ਨੂੰ ਜਵਾਬ ਦੇ ਦਈਏ, ਸਾਡਾ ਹੱਕ ਬਣਦਾ ਕਿ ਉਸ ਦੀ ਲੋੜ ਨੂੰ ਪੂਰਾ ਕੀਤਾ ਜਾਵੇ, ਕਿਉਂਕਿ ਪੇਟ ਭਰ ਕੇ ਖਾਣਾ, ਕਿਸੇ ਨੇ ਵੀ ਖਾਣਾ, ਪੇਟ ਤਾਂ ਭਰੇਗਾ ਹੀ ਭਰੇਗਾ ਹਰ ਬੰਦਾ, ਉਹ ਸਿੱਟੇਗਾ ਨਹੀਂ, ਉਹ ਗਵਾਏਗਾ ਨਹੀਂ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਇਹ ਸਾਡੇ ਸਾਰੇ ਸੰਸਾਰ ਦੇ ਲੋਕ, ਬਹੁਤ ਵੀਡੀਓ ਪਾਈ ਜਾਂਦੇ ਲੋਕ, ਕੋਈ ਕਹਿੰਦਾ ਕੁੜੀ ਗਲਤ ਸੀ, ਕੋਈ ਕਿਵੇਂ ਸੀ, ਕੋਈ ਪਰੌਂਠੀ ਕੌਰ ਉਹਦਾ ਨਾਂ ਰੱਖ ਦਿੱਤਾ, ਫਲਾਨਾ ਕਰ, ਇਸੇ ਜਜ਼ਬਾਤ ਕਿਉਂ? ਮਤਲਬ ਇਹ ਬਦਨਾਮੀ ਸਾਡੇ ਸਮਾਜ ਦੀ ਅਸੀਂ ਆਪ ਹੀ ਕਰ ਰਹੇ ਹਾਂ, ਜਾਂ ਸਾਡੇ ਕੁਛ ਸਾਡੇ ਸਮਾਜ ਨੂੰ ਜਿਹੜੇ ਲੋਕ ਜਿਹੜੇ ਹੈ ਉਹ, ਕਿਉਂਕਿ ਪਿਛਲੇ ਦਿਨਾਂ 'ਚ ਹੜ੍ਹਾਂ ਦੇ ਵਿੱਚ ਇੰਨੇ ਲੰਗਰ ਲਾਏ ਗੁਰਸਿੱਖਾਂ ਨੇ ਕਿ ਘਰ ਘਰ ਦੇ ਵਿੱਚ ਹੜ੍ਹਾਵਾਂ ਦੇ ਵਿੱਚ ਮੁਸੀਬਤ ਫਸੇ ਹੋਏ ਲੋਕਾਂ ਨੂੰ ਲੰਗਰ ਪਹੁੰਚਾਇਆ, ਹੋਰ ਸਮਾਨ ਪਹੁੰਚਾਇਆ, ਇੰਨੀ ਸੇਵਾ ਕੀਤੀ ਗੁਰਸਿੱਖ ਸੰਗਤ ਨੇ ਕਿ ਉਹ ਸ਼ਲਾਘਾਯੋਗ ਹੈ। ਹੋਰ ਵੀ ਹਰ ਥਾਂ ਦੇ ਉੱਤੇ ਜਿੱਥੇ ਵੀ ਕਿਤੇ ਮੁਸੀਬਤ ਬਣਦੀ ਹੈ, ਚਾਹੇ ਕਿਤੇ ਵੀ ਬਣ ਜਾਵੇ, ਕਿਸੇ ਵੀ ਹਿੰਦੁਸਤਾਨ ਦੇ ਸਾਰੇ ਥਾਵਾਂ ਦੇ ਉੱਤੇ ਜਿੱਥੇ ਵੀ ਕਿਤੇ ਮੁਸੀਬਤ ਬਣ ਜਾਂਦੀ ਹੈ, ਉੱਥੇ ਇਹ ਗੁਰਸਿੱਖ ਸੰਗਤਾਂ ਲੰਗਰ ਗੁਰੂ ਦਾ ਜਿਹੜਾ ਹੈ ਉਹ ਪਹੁੰਚਾਉਂਦੀਆਂ, ਹੋਰ ਵੀ ਸੇਵਾ ਮੁਹੱਈਆ ਕਰਦੀਆਂ, ਡਾਕਟਰੀ ਸੇਵਾ ਵੀ ਮੁਹੱਈਆ ਕਰਦੀਆਂ, ਪਾਣੀ ਦਾ ਇੰਤਜ਼ਾਮ ਵੀ ਕਰਦੀਆਂ, ਲੰਗਰ ਪਾਣੀ ਦਾ ਇੰਤਜ਼ਾਮ ਵੀ ਕਰਦੀਆਂ, ਹੋਰ ਲੋੜਾਂ ਸਹੂਲਤਾਂ ਤਾਂ ਉਹ ਵੀ ਇੰਤਜ਼ਾਮ ਕਰਦੀਆਂ। ਸਾਡੀਆਂ ਇਹ ਸਿੱਖ ਸੰਸਥਾਵਾਂ ਬਹੁਤ ਸ਼ਲਾਘਾਯੋਗ ਕੰਮ ਹੈ, ਪਰ ਕੁਛ ਮੈਂ ਦੇ ਵਿੱਚ ਇਹ ਕੰਮ ਕਰੀ ਜਾਣਾ, ਇਹ ਵੀ ਕੁਛ ਅੱਛਾ ਨਹੀਂ ਹੈ।
ਮੰਨ ਲਓ ਠੀਕ ਹੈ, ਅਸੀਂ ਲੋਕਾਂ ਦਾ ਸੰਗਤ ਦਾ ਪੈਸਾ ਇਕੱਠਾ ਕਰਕੇ ਸੰਗਤ ਨੂੰ ਵੰਡੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਪਰ ਸਾਨੂੰ ਤਾਂ ਗਿਆਨ ਨਾ ਆਇਆ ਸਿੱਖ ਧਰਮ ਦਾ ਕਿ ਸਿੱਖੀ ਕੀ ਹੈ, ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਹਿੰਦਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਨੂੰ ਕੀ ਕਹਿ ਰਿਹਾ ਹੈ। ਕੀ ਕਹਿ ਰਿਹਾ ਹੈ? ਦੁਸ਼ਮਣ ਨੂੰ ਭਾਈ ਪਾਣੀ ਵੀ ਪਿਆਓ, ਮਰਮ ਵੀ ਲਾਓ। ਹੈ ਉਹ ਦੁਸ਼ਮਣ ਨਹੀਂ ਹੈ ਸਾਡਾ, ਉਸ ਦੇ ਮਨ ਨੂੰ ਅਸੀਂ ਪਲਟਾ ਦੇਣਾ ਹੈ। ਠੀਕ ਹੈ, ਜੇ ਕੋਈ ਗਲਤ ਹੈ, ਬੰਦਾ ਗਲਤੀ ਹੋ ਗਈ ਹੈ ਤੇ ਅਸੀਂ ਉਸ ਦੇ ਮਨ ਨੂੰ ਪਲਟਾ ਦੇਣਾ ਹੈ। ਸਾਨੂੰ ਗੁਰੂ ਸਾਹਿਬ ਸਾਨੂੰ ਸਮਝਾਉਂਦਾ ਹੈ, ਭਾਈ ਗੁਰਮੁਖ ਪਿਆਰਿਓ ਬਚੋ। ਹੋ ਸਕੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਗੁਰਬਾਣੀ ਹੈ ਉਸ ਨੂੰ ਪੜ੍ਹ ਕੇ ਸੁਣ ਕੇ ਆਪਣੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਕਰਕੇ ਉਸ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ। ਆਪਣੇ ਆਚਰਣ ਨੂੰ, ਆਪਣੇ ਕਰਮ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰੋ, ਤਾਂ ਹੀ ਪਰਮ ਪਿਤਾ ਪਰਮਾਤਮਾ ਸਾਡੇ 'ਤੇ ਕਿਰਪਾ ਕਰੇਗਾ। ਵਰਨਾ ਅਸੀਂ ਇਹ ਸਮਝਦੇ ਹਾਂ ਕਿ ਸ਼ਾਇਦ ਅਸੀਂ ਸੇਵਾ ਕਰ ਲਈ, ਅਸੀਂ ਲੰਗਰ ਵਰਤਾਤਾ, ਅਸੀਂ ਝਾੜੂ ਦੇ ਦਿੱਤਾ, ਅਸੀਂ ਪਾਣੀ ਪਿਆ ਦਿੱਤਾ ਅਤੇ ਸਾਡੇ 'ਤੇ ਰੱਬ ਖੁਸ਼ ਹੋ ਜਾਏਗਾ। ਭਾਈ ਨਹੀਂ, ਇਸ ਤਰ੍ਹਾਂ ਨਹੀਂ ਹੈ। ਰੱਬ ਤਾਂ ਉਦੋਂ ਖੁਸ਼ ਹੋਏਗਾ ਜਦੋਂ ਅਸੀਂ ਆਪਣੇ ਮੈਂ ਨੂੰ ਮਿਟਾ ਦਿਆਂਗੇ, ਆਪਣੇ ਆਪ ਨੂੰ ਗਵਾ ਦਿਆਂਗੇ ਔਰ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੇ ਚਰਨਾਂ ਦੀ ਧੂੜ ਸਮਝ ਕੇ ਉਸ ਦੀ ਸੇਵਾ ਕਰਾਂਗੇ। ਤੋ ਸਾਧ ਸੰਗਤ ਜੀ, ਇੰਨੀਆਂ ਕੁ ਵਿਚਾਰਾਂ ਹੈ। ਦਾਸ ਹੋ ਸਕਦਾ ਹੈ ਕੋਈ ਗਲਤੀ ਹੋਵੇ। ਗੁਰਬਾਣੀ ਬਹੁਤ ਅਥਾਹ ਸਾਗਰ ਹੈ, ਉਸ ਦੇ ਭੇਦਾਂ ਨੂੰ ਹਰ ਕੋਈ ਨਹੀਂ ਜਾਣਦਾ। ਪਰ ਇਹ ਗੱਲ ਧਿਆਨ ਰੱਖੋ, ਸੇਵਾਦਾਰ ਜਿੰਨੇ ਵੀ ਹੈ, ਗੁਰੂ ਘਰ ਦੇ ਲੰਗਰਾਂ 'ਚ ਵੀ ਹੈ, ਚਲੋ ਕਈ ਵਾਰੀ ਉੱਚਾ ਬੋਲ ਜਾਂਦੇ ਆ, ਮੰਨਦੇ ਹਾਂ ਅਸੀਂ, ਉਹਨਾਂ ਦਾ ਵੀ ਹੱਕ ਨਹੀਂ ਬਣਦਾ ਕਿ ਉਹ ਉੱਚਾ ਬੋਲਣ। ਪਰ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਗਲਤੀ ਹੋ ਜਾਂਦੀ ਹੈ ਆਈ ਹੋਈ ਸੰਗਤ ਤੋਂ ਵੀ। ਇਹ ਵੀ ਸਾਨੂੰ ਸਮਝਣਾ ਪੈਂਦਾ ਕਿ ਸਾਡੀ ਕੀ ਗਲਤੀ ਹੈ, ਸਾਡਾ ਹੱਕ ਕੀ ਬਣਦਾ ਹੈ, ਸਾਡਾ ਕੀ ਇਹ ਮੰਨ ਲਓ ਅਸੀਂ ਕਿਸ ਥਾਂ ਦੇ ਉੱਤੇ ਖੜ੍ਹੇ ਹਾਂ ਔਰ ਕੀ ਮਤਲਬ ਜਿਹੜੀ ਹੈ ਇਸ ਸਮਾਜ ਦੀ ਜਾਂ ਇਸ ਸੰਸਥਾ ਦੀ ਜਾਂ ਇਸ ਧਰਮ ਦੀ ਮਰਿਆਦਾ ਹੈ। ਉਸ ਮਰਿਆਦਾ ਨੂੰ ਵੀ ਅਸੀਂ ਸਮਝਣਾ ਬਹੁਤ ਜ਼ਰੂਰੀ ਹੈ। ਜੇ ਹੋ ਸਕੇ ਤਾਂ ਇਹ ਸਾਰੀ ਮਰਿਆਦਾ ਜਿਹੜੀ ਹੈ ਜਦੋਂ ਸਾਡੇ ਹਿਰਦੇ ਦੇ ਵਿੱਚ ਸਮਾਏਮਾਨ ਹੋਵੇਗੀ, ਉਦੋਂ ਸਾਡੇ ਉੱਤੇ ਪਰਮਾਤਮਾ ਦੀ ਕਿਰਪਾ ਹੋਵੇਗੀ। ਔਰ ਪਰਮਾਤਮਾ, ਲੋਕ ਕਹਿੰਦੇ ਆ ਪਰਮਾਤਮਾ ਦਿਸਦਾ ਨਹੀਂ ਹੈ, ਪਰਮਾਤਮਾ ਹੈ ਹੀ ਨਹੀਂ ਕਿਤੇ, ਪਰਮਾਤਮਾ ਕਿੱਥੇ ਹੈ? ਪਰ ਗੁਰੂ ਗ੍ਰੰਥ ਸਾਹਿਬ ਸਾਫ਼ ਦੱਸ ਰਿਹਾ ਹੈ, ਭਾਈ ਪਰਮਾਤਮਾ ਹੈ ਕਿੱਥੇ? ਪਹਿਲਾਂ ਤਾਂ ਸਭ ਤੋਂ ਪਹਿਲਾਂ ਸੰਗਤ ਦੇ ਵਿੱਚ ਹੈ। ਸਾਧ ਸੰਗਤ ਦੇ ਵਿੱਚ ਪਰਮਪਿਤਾ ਪਰਮਾਤਮਾ ਦਾ ਵਾਸ ਹੈ। ਫਿਰ ਜੇ ਤੁਸੀਂ ਚਾਹੋ ਤਾਂ ਤੁਹਾਡੀ ਇੰਨੀ ਕੁ ਸਿਮਰਨ ਦੀ ਔਰ ਸੇਵਾ ਦੀ ਅਵਸਥਾ ਹੋਵੇ, ਇੰਨੀ ਕੁ ਆਚਰਨ ਤੁਹਾਡਾ ਉੱਚਾ ਹੋ ਜਾਵੇ ਕਿ ਤੁਸੀਂ ਉਸ ਪਰਮਪਿਤਾ ਪਰਮਾਤਮਾ ਦੇ ਨੇੜੇ ਪਹੁੰਚ ਜਾਓ, ਅਤੇ ਫਿਰ ਉਹ ਸਾਖਸ਼ਾਤ ਜੋਤ ਸਰੂਪ ਹੋ ਕੇ ਅਨਹਦ ਧੁਨ ਵੱਜ ਕੇ ਵੀ ਤੁਹਾਨੂੰ ਆਪਣੇ ਦਰਸ਼ਦਾਰੇ ਬਖਸ਼ਦਾ ਹੈ। ਪਰਮਾਤਮਾ ਹੈ। ਲੋਕ ਕਹਿੰਦੇ ਆ ਪਰਮਾਤਮਾ ਕਿਤੇ ਨਹੀਂ ਹੈ। ਪਰਮਾਤਮਾ ਹੈ। ਪਰਮਾਤਮਾ ਹੈ ਤਾਂ ਸ੍ਰਿਸ਼ਟੀ ਚੱਲ ਰਹੀ ਹੈ, ਪਰਮਾਤਮਾ ਹੈ ਤਾਂ ਸਾਡਾ ਜੀਵਨ ਚੱਲ ਰਿਹਾ, ਪਰਮਾਤਮਾ ਹੈ ਤਾਂ ਅਸੀਂ ਤੁਰੇ ਫਿਰਦੇ ਹਾਂ। ਵਰਨਾ ਲਾਸ਼ ਬਣ ਕੇ ਮਿੱਟੀ ਦੇ ਉੱਤੇ, ਢੇਰੀ ਬਣ ਕੇ ਮਿੱਟੀ ਧਰਤੀ ਦੇ ਉੱਤੇ ਡਿੱਗ ਪਈਏ। ਪਰਮਾਤਮਾ ਹੀ ਹੈ ਸਾਨੂੰ ਜਿਹੜਾ ਚਲਾਈ ਫਿਰਦਾ, ਪਰਮਾਤਮਾ ਹੀ ਹੈ ਸਾਨੂੰ ਜਿਹੜਾ ਖਵਾਈ ਫਿਰਦਾ, ਪਰਮਾਤਮਾ ਹੀ ਹੈ ਸਾਨੂੰ ਜਿਹੜਾ ਸਾਇੰਸ ਬਖਸ਼ਦਾ। ਸਾਇੰਸ ਕੋਈ ਵੱਡੀ ਨਹੀਂ ਹੈ, ਇਹ ਪਰਮਾਤਮਾ ਦੀ ਦਿੱਤੀ ਹੋਈ ਸਾਇੰਸ ਜਿਹੜੀ ਹੈ ਵਿਗਿਆਨਕਾਂ ਨੂੰ ਉਹ ਕੰਮ ਕਰ ਰਹੀ ਹੈ। ਪਰਮਾਤਮਾ ਹੀ ਸਭ ਤੋਂ ਵੱਡਾ ਹੈ। ਗੁਰੂ ਸਾਹਿਬ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਜਦੋਂ ਅਸੀਂ ਭਾਵੇਂ ਕੁਛ ਵੀ ਨਹੀਂ ਜਾਣਦੇ, ਤੇ ਜੇ ਕਿਤੇ ਇੰਨਾ ਹੀ ਸਮਝ ਲਈਏ ਸਭ ਤੋਂ ਵੱਡਾ ਸਤਿਗੁਰ ਭਾਵ ਪਰਮਪਿਤਾ ਪਰਮਾਤਮਾ, ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੋ ਕੇ ਸੰਸਾਰ ਦੇ ਉੱਤੇ ਆਏ ਸੀ। ਨਿਰੰਕਾਰ, ਧੰਨ ਨਿਰੰਕਾਰ, ਨਾਨਕ ਨਿਰੰਕਾਰ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਤੇ ਉਹੀ ਪਰਮਾਤਮਾ ਭਾਈ ਇਸ ਸੰਸਾਰ ਦੇ ਵਿੱਚ ਤੁਹਾਨੂੰ ਦਰਸ਼ਨ ਵੀ ਦੇਗਾ, ਸਾਕਸ਼ਾਤ ਦਰਸ਼ਨ ਵੀ ਦੇਗਾ, ਅਨੁਭਵ ਦਰਸ਼ਨ ਵੀ ਦੇਗਾ, ਸਰੂਪ ਦਰਸ਼ਨ ਵੀ ਦੇਗਾ, ਔਰ ਸਾਕਸ਼ਾਤ ਜੋਤ ਸਰੂਪ ਅਨਹਦ ਧੁਨ ਸਰੂਪ ਦੇ ਵੀ ਦਰਸ਼ਨ ਦੇਗਾ। ਸਾਧ ਸੰਗਤ ਜੀ, ਪਰਮਾਤਮਾ ਹੈ, ਪਰ ਸਾਡੇ ਕੋਲ ਓਨੀ ਸ਼ਕਤੀ ਨਹੀਂ ਹੈ ਕਿ ਅਸੀਂ ਇਹ ਪਰਮਪਿਤਾ ਪਰਮਾਤਮਾ ਨੂੰ ਪ੍ਰਗਟ ਕਰ ਸਕੀਏ। ਅਸੀਂ ਪਰਮਪਿਤਾ ਪਰਮਾਤਮਾ ਦੇ ਤਾਂ ਬਹੁਤ ਨੇੜੇ ਵੀ ਨਹੀਂ ਜਾ ਸਕਦੇ, ਅਤੇ ਜੇ ਕਿਤੇ ਸਾਡਾ ਆਚਰਨ ਸੁੱਚਾ ਆਪਣੇ ਆਪ ਨੂੰ ਮਿਟਾ ਲੈਣਾ, ਧੂੜ ਬਣਾ ਦੇਣਾ ਚਰਨਾਂ ਦੀ, ਗੁਰੂ ਗ੍ਰੰਥ ਸਾਹਿਬ ਦੇ, ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਧੂੜ ਬਣਾ ਕੇ, ਪਰਮਾਤਮਾ ਦੇ ਚਰਨਾਂ ਦੀ ਧੂੜ ਬਣਾ ਕੇ ਜੇ ਕਿਤੇ ਉਸ ਨੂੰ ਅਸੀਂ ਸੇਵਾਦਾਰ ਹੋ ਕੇ ਸੇਵਾ ਕਰੀਏ, ਜਗਿਆਸੂ ਹੋ ਕੇ ਸਿਮਰਨ ਕਰੀਏ, ਦਰਸ਼ਨ ਕਰਨ ਦੇ ਅਭਿਲਾਸ਼ੀ ਹੋ ਕੇ ਉਸ ਦੇ ਦਰਸ਼ਨਾਂ ਦੀ ਮੰਗ ਕਰੀਏ, ਅਤੇ ਫਿਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਫਿਰ ਸਾਡਾ ਜੀਵਨ ਜਿਹੜਾ ਹੈ ਉਸ ਰਸਤੇ ਦੇ ਉੱਤੇ ਚੱਲ ਕੇ ਜਿਉਂਦਾ ਹੋ ਜਾਂਦਾ ਹੈ। ਵਰਨਾ ਅਸੀਂ ਮਰੇ ਹੋਏ ਹਾਂ, ਭਾਵੇਂ ਅਸੀਂ ਸੰਸਾਰ ਦੇ ਕਰਮ ਕਿੰਨੇ ਕਰੀ ਜਾਂਦੇ, ਕਿੰਨੀ ਸੇਵਾ ਕਰੀ ਜਾਂਦੇ ਹਾਂ, ਪਰ ਸਾਡੇ ਮਨ ਜਿਹੜੇ ਹੈ ਉਹ ਮਰੇ ਹੋਏ ਹੈ, ਜਿਉਂਦੇ ਨਹੀਂ ਹੈ। ਜਿਉਂਦੇ ਤਾਂ ਉਦੋਂ ਹੁੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ, ਗੁਰੂ ਦੇ ਸਿਧਾਂਤ ਨੂੰ ਲੈ ਕੇ, ਗੁਰੂ ਦੇ ਪਿਆਰ ਨੂੰ ਲੈ ਕੇ ਔਰ ਗੁਰੂ ਦਾ ਸੇਵਾ ਕਰਦੇ ਹਾਂ, ਗੁਰੂ ਦੀ ਸਿਮਰਨ ਕਰਦੇ ਹਾਂ, ਉਦੋਂ ਸਾਡਾ ਮਨ ਜਿਹੜਾ ਇਹ ਨਾਮ ਅੰਮ੍ਰਿਤ ਦੇ ਸਦਕਾ ਜੀਵਤ ਹੋ ਜਾਂਦਾ ਹੈ।
ਸੀਤਲ ਹੋ ਜਾਂਦਾ, ਠੰਡਾ ਠਾਰ ਹੋ ਜਾਂਦਾ, ਅਤੇ ਉਦੋਂ ਸਾਡੀ ਰੂਹ ਜਿਹੜੀ ਹੈ ਇਹ ਜੀਵਤ ਹੋ ਕੇ ਇਸ ਆਵਾਗਮਨ ਦੇ ਚੱਕਰਾਂ 'ਚੋਂ ਨਿਕਲ ਕੇ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਬਿਰਾਜਮਾਨ ਹੋ ਜਾਂਦੀ ਹੈ। ਉੱਥੇ ਪਰਮਪਿਤਾ ਪਰਮਾਤਮਾ ਦੇ ਇਸ ਨੂੰ ਲਗਾਤਾਰ ਦਰਸ਼ਨ ਹੁੰਦੇ ਹੈ, ਔਰ ਇੱਥੋਂ ਤੱਕ ਕਿ ਅਗਰ ਪਰਮਪਿਤਾ ਪਰਮਾਤਮਾ ਚਾਹਵੇ ਤਾਂ ਕੁਛ ਮਹਾਂਪੁਰਸ਼ਾਂ ਨੂੰ ਫਿਰ ਵਾਪਸ ਆਗਿਆ ਲਗਾ ਕੇ ਸੰਸਾਰ ਦੀ ਸੇਵਾ ਕਰਨ ਵਾਸਤੇ, ਸੰਸਾਰ ਨੂੰ ਨਾਮ ਜਪਾਉਣ ਵਾਸਤੇ ਇਸ ਸੰਸਾਰ ਦੇ ਉੱਤੇ ਫਿਰ ਭੇਜ ਦਿੰਦੇ ਆ। ਐਸਾ ਇਹ ਪਰਮਪਿਤਾ ਪਰਮਾਤਮਾ ਦਾ ਖੇਲ ਹੈ। ਤੋ ਸਾਧ ਸੰਗਤ ਜੀ, ਬਸ ਇੱਕ ਗੱਲ ਧਿਆਨ ਰੱਖੋ, ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਪਰਮਾਤਮਾ ਜੋ ਸਾਡੇ ਹੱਥ ਗੁਰੂ ਘਰਾਂ ਦਾ ਪ੍ਰਬੰਧ ਆਇਆ ਹੋਇਆ ਨਾ, ਇਹ ਪਰਮਾਤਮਾ ਦਾ ਹੁਕਮ ਹੈ, ਔਰ ਅਸੀਂ ਪਰਮਾਤਮਾ ਦਾ ਹੀ ਕਰਮ ਕਰ ਰਹੇ ਹਾਂ, ਔਰ ਪਰਮਾਤਮਾ ਦੇ ਸਿਧਾਂਤਾਂ ਨੂੰ ਸਮਝ ਕੇ, ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਹੀ ਅਸੀਂ ਇਹ ਕਰਮ ਕਰਨੇ ਆ। ਸਾਧ ਸੰਗਤ ਜੀ, ਇਹਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਭੁੱਲ ਚੁੱਕ ਲਈ ਸਾਧ ਸੰਗਤ ਬਖਸ਼ਣਯੋਗ ਹੈ, ਗੁਰੂ ਸਾਹਿਬ ਬਖਸ਼ਣਯੋਗ ਹੈ। ਪਰਮਪਿਤਾ ਪਰਮਾਤਮਾ ਬਹੁਤ ਦਿਆਲੂ ਹੈ, ਕਿਰਪਾਲੂ ਹੈ। ਉਹ ਆਪਣੇ ਭੁੱਲਣਹਾਰੇ ਸੇਵਕਾਂ ਨੂੰ ਵੀ ਜਿਹੜਾ ਹੈ ਬਖਸ਼ ਦਿੰਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਨਾ, ਉਹ ਭੁੱਲ ਗੁਰੂ ਕਰਤਾਰ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਤੋ ਸਾਧ ਸੰਗਤ ਜੀ, ਅਸੀਂ ਤਾਂ ਭੁੱਲਣਹਾਰੇ ਹਾਂ, ਬਖਸ਼ ਲੈਣਾ। ਹੋ ਸਕਦਾ ਮੈਂ ਵੀ ਗਲਤੀ ਹੋਵਾਂ, ਕਿਸੇ ਕੋਈ ਗਲਤੀ ਹੋ ਸਕਦੀ ਹੈ। ਸਿਧਾਂਤ ਜੀਵਨ ਦੇ ਵਿੱਚ ਬੰਦਾ ਹੈ, ਬੰਦਾ ਮਨੁੱਖ ਗਲਤੀ ਦਾ ਪੁਤਲਾ ਹੈ। ਕੋਈ ਨਾ ਕੋਈ ਗਲਤੀ ਹੋ ਸਕਦੀ ਹੈ, ਅਣਜਾਣੇ 'ਚ ਹੋ ਸਕਦੀ ਹੈ। ਤੋ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।